ਫਿਕਸ ਵਿੰਗ 에ਅਰਕ੍ਰਾਫਟ ਹੈ। ਇਹ ਮੇਨਲੀ ਯੂਜ਼ ਹੁੰਦਾ ਹੈ ਸਰਵੇਜ਼ ਲਈ। ਕੋਈ ਗੂਗਲ ਮੈਪਿੰਗ ਕਰਨੀ ਹੈ ਜਾਂ ਫਿਰ ਰਿਲਾਇੰਸ ਵਾਲਿਆਂ ਨੇ, ਜਿਵੇਂ ਪਿੱਛੇ ਜੇ ਕੰਟਰੈਕਟ ਤੇ ਸੀਗਾ ਰਿਲਾਇੰਸ ਨੇ ਜਾਂ ਕਿਸੇ ਹੋਰ ਕੰਪਨੀ ਨੇ ਆਪਣਾ ਕੋਈ 5G ਦਾ ਸਰਵੇ ਕਰਵਾਉਣਾ ਜਾਂ ਹੋਰ ਬੜੇ ਤਰ੍ਹਾਂ ਦੇ ਗੰਗਾ ਸਰਵੇ। ਦਾ ਸਰਵੇ ਹਾਂਜੀ, ਬਹੁਤ ਤਰ੍ਹਾਂ ਦੇ ਸਰਵੇਜ਼ ਹੁੰਦੇ ਆ। ਸਾਡਾ ਨਾ 에ਅਰ ਐਂਬੂਲੈਂਸ ਵਿੱਚ ਬਹੁਤ ਯੂਜ਼ ਹੁੰਦਾ ਹੈਲੀਕਾਪਟਰਸ ਦਾ, ਕਿਉਂਕਿ ਹੈਲੀਕਾਪਟਰਸ ਬੇਸਿਕਲੀ ਇਟ ਇਜ਼ ਸੱਚ ਅ ਮਸ਼ੀਨ ਵੀ ਜਿੱਥੇ 에ਅਰਪੋਰਟ ਨਹੀਂ ਹੈ ਜਾਂ ਫਿਰ ਰਨਵੇਜ਼ ਨਹੀਂ ਹੈ। ਮੇਨਲੀ ਹਿਮਾਚਲ ਜਾਂ ਫਿਰ ਕੋਈ ਕਹਿ ਲਓ ਇੰਟੀਰੀਅਰਸ ਇਨ ਪੰਜਾਬ, ਜਿੱਥੇ 에ਅਰਪੋਰਟਸ ਨਹੀਂ ਕੋਈ ਨੇੜੇ ਤੇੜੇ ਲੱਗਦੇ, ਉੱਥੇ ਕੋਈ ਪੇਸ਼ੈਂਟ ਹੈ ਉਹਨੂੰ 에ਅਰ ਲਿਫਟ ਕਰਨਾ ਹੈ, ਤਾਂ ਸਾਡੇ ਕੋਲ ਬਹੁਤ ਸਾਰੀਆਂ ਕੁਐਰੀਜ਼ ਆਉਂਦੀਆਂ ਹੈ। ਇਸ ਤੋਂ ਇਲਾਵਾ ਹੋਰ ਬੀਚਕ੍ਰਾਫਟ B2 ਹੈ, B300 ਹੈ, ਡਿਫਰੈਂਟ 에ਅਰਕ੍ਰਾਫਟਸ ਹੈ। ਹਰ 에ਅਰਕ੍ਰਾਫਟ ਦਾ ਆਪਣਾ ਪ੍ਰਾਈਸ ਹੈ। 15-16 ਲੱਖ ਰੁਪਇਆ, ਵੈਦਰ ਇਟ ਇਜ਼ ਫਲਾਈਂਗ ਔਰ ਨਾਟ, ਬਟ ਇਹਦਾ ਖੜੇ ਦਾ ਖਰਚਾ ਹੈਗਾ ਟੂ ਮੇਨਟੇਨ ਇਟ। ਹਾਂਜੀ, ਤੁਹਾਨੂੰ ਪਾਇਲਟ ਵੀ ਰੱਖਣਾ ਪਊਗਾ, ਇੰਜੀਨੀਅਰ ਵੀ ਇਹਦੇ ਲਈ ਰੱਖਣਾ ਪਏਗਾ, ਕੁਝ ਸਾਨੂੰ ਗਵਰਨਮੈਂਟ ਫੀ ਪੇ ਕਰਨੀ ਪੈਂਦੀ ਹੈ ਐਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ, ਓਵਰਹੈਡ ਐਕਸਪੈਂਸਿਸ ਹੈ। ਅਸੀਂ ਪੰਜਾਬ ਮਾਰਕੀਟ ਦੀ ਗੱਲ ਕਰੀਏ ਤਾਂ ਸਾਨੂੰ ਪੰਜਾਬ ਤੋਂ ਬਹੁਤ ਜ਼ਿਆਦਾ ਮੈਕਸਿਮਮ ਜਿਹੜੀਆਂ ਕੁਐਰੀਜ਼ ਹੈ ਉਹ ਵੈਡਿੰਗ ਕੁਐਰੀਜ਼ ਹੈ। ਸਾਨੂੰ ਬਹੁਤ ਅੱਜ ਕੱਲ੍ਹ ਸਾਡਾ ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਐਜ਼ ਯੂ ਨੋ ਵੀ ਪੰਜਾਬ 'ਚ ਬਹੁਤ ਵਿਆਹ ਹੋ ਰਹੇ ਹੈ। ਸਾਡੇ ਆਲਮੋਸਟ ਐਵਰੀ ਸੈਕਿੰਡ ਡੇ ਸਾਡਾ ਕੋਈ ਨਾ ਕੋਈ 에ਅਰਕ੍ਰਾਫਟ ਕਿਸੇ ਨਾ ਕਿਸੇ ਵਿਆਹ 'ਚ ਕਿਤੇ ਬਰਾਈਡ ਨੂੰ ਪਿਕ ਕਰਨ ਜਾ ਰਿਹਾ ਹੁੰਦਾ ਹੈ, ਕਿਤੇ ਗਰੂਮ ਨੂੰ। ਇੱਕ ਤਾਂ ਅਸੀਂ ਇਹਨੂੰ ਕਿਤੇ ਵੀ ਲੈਂਡ ਕਰ ਸਕਦੇ ਹਾਂ, ਸਾਨੂੰ ਇਹਦੇ ਲਈ ਕੋਈ ਬਹੁਤ ਬੜੇ ਰਨਵੇ ਜਾਂ ਕੁਝ ਇੱਦਾਂ ਕੋਈ ਸਪੈਸ਼ਲ ਲੋ ਨਹੀਂ ਚਾਹੀਦਾ ਹੁੰਦੇ ਫੀਚਰਸ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਤੁਸੀਂ ਮੇਰੇ ਪਿੱਛੇ ਇੱਕ ਬੜਾ ਸ਼ਾਨਦਾਰ ਜਿਹਾ ਫਿਕਸ ਵਿੰਗ 에ਅਰਪਲੇਨ ਦੇਖ ਰਹੇ ਹੋ ਤੇ ਦੂਸਰੇ ਪਾਸੇ ਇੱਧਰ ਹੈਲੀਕਾਪਟਰਸ ਨੇ, ਜੈਟ ਵੀ ਇੱਥੇ ਖੜੇ ਨੇ। ਤੁਸੀਂ ਸੋਚ ਰਹੇ ਹੋਵੋਗੇ ਮੇਰੇ ਇੱਥੇ ਆਉਣ ਦਾ ਕਾਰਨ ਕੀ ਹੈ। ਮੈਂ ਤੁਹਾਨੂੰ ਦੱਸ ਦਵਾਂ ਕਿ ਇੱਕ ਮੁਹਤਰਮਾ ਨੇ ਮੇਰੇ ਨਾਲ, ਰਮਨਦੀਪ ਕੌਰ, ਪਹਿਲਾਂ ਸ਼ੈਫ ਸੀ। ਵੈਸੇ ਤਾਂ ਸਾਡੇ ਹਿੰਦੁਸਤਾਨ ਦੇ ਵਿੱਚ ਹਰ ਇੱਕ ਮਹਿਲਾ ਨੂੰ ਇਹ ਕਲਾ ਹੈ ਜਿਹੜੀ ਕੁਕਿੰਗ ਦੀ ਉਹ ਹੈਗੀ ਹੈ। ਵੈਸੇ ਮਾੜੀ ਗੱਲ ਹੈ ਕਿ ਮੇਲ ਨਹੀਂ ਕਰਦੇ, ਪਰ ਫਿਰ ਵੀ ਸ਼ੈਫ ਇੱਕ ਪ੍ਰੋਫੈਸ਼ਨਲ ਸ਼ੈਫ ਸੀ। ਉਸ ਤੋਂ ਬਾਅਦ ਹੁਣ ਐਵੀਏਸ਼ਨ ਵੱਲ ਜਿਹੜੇ ਆਏ ਨੇ, ਕਿਉਂਕਿ ਸਰਵਿਸ ਪ੍ਰੋਵਾਈਡਰ ਨੇ। ਜੇ ਕੋਈ ਲਾੜਾ ਆਪਣੀ ਦੁਲਹਨ ਨੂੰ ਹੈਲੀਕਾਪਟਰ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ, ਜਾਂ ਅੱਜ ਕੱਲ੍ਹ ਜਿਹੜਾ ਸ਼ਾਦੀਆਂ ਦਾ ਜਿਹੜਾ ਵਿਆਹਾਂ ਦਾ ਜਿਹੜਾ ਟਰੈਂਡ ਚੱਲ ਰਿਹਾ ਹੈ, ਉਸ ਤੋਂ ਇਲਾਵਾ ਕੋਈ ਹੋਰ ਜਿਹੜਾ ਕੋਈ ਸ਼ੌਕੀਨ ਹੈ, ਕੋਈ ਇੱਥੋਂ ਦੀ ਜਾ ਕੇ ਕਿਤੇ ਕੁਫਰੀ ਹੈਲੀਕਾਪਟਰ 'ਤੇ ਘੁੰਮ ਕੇ ਆਉਣਾ ਚਾਹੁੰਦਾ ਹੈ, ਪ੍ਰਾਈਵੇਟ ਜੈਟ 'ਤੇ ਜਾਣਾ ਚਾਹੁੰਦਾ ਹੈ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ। ਬੜੀ ਯੂਨੀਕ ਕੰਸੈਪਟ ਲੱਗਿਆ। ਇਹਨਾਂ ਮੈਡਮ ਦੇ ਨਾਲ ਮੇਰੀ ਗੱਲ ਹੋਈ ਤਾਂ ਸੋਚਿਆ ਕਿ ਇਹ ਚੀਜ਼ ਤੁਹਾਡੇ ਤੱਕ ਪਹੁੰਚਾਉਣੀ ਚਾਹੀਦੀ ਹੈ, ਕਿਉਂਕਿ ਬੜੀ ਯੂਨੀਕ ਹੈ। ਕਰੋਨਾ ਟਾਈਮ ਇਹਨਾਂ ਨੇ ਜਿਹੜਾ ਆਪਣੀ ਇਹ ਸਰਵਿਸ ਸ਼ੁਰੂ ਕੀਤੀ ਆ। ਬਾਕੀ ਹੋਰ ਡਿਟੇਲਸ ਇਹਨਾਂ ਤੋਂ ਜਾਣ ਲੈਂਦੇ ਹਾਂ, ਕੀ ਕੰਪਨੀ ਦਾ ਨਾਮ ਹੈ, ਕਿਸ ਤਰੀਕੇ ਦੇ ਨਾਲ ਇਹ ਚੱਲਦਾ, ਕਿਉਂਕਿ ਪੰਜਾਬ ਦੇ ਅੰਦਰ ਇਹਨਾਂ ਪ੍ਰਾਈਵੇਟ ਜੈਟਸ ਨੂੰ ਲੈ ਕੇ ਬੜੀਆਂ ਸਾਰੀਆਂ ਮਿਥਸ ਨੇ, ਬੜੀਆਂ ਸਾਰੀਆਂ ਕਹਾਣੀਆਂ ਨੇ। ਇੱਕ ਦਲਜੀਤ ਦੋਸਾਂਝ ਦੀ ਤੁਸੀਂ ਕਹਾਣੀ ਸੁਣੀ ਹੋਊਗੀ ਕਿ ਉਹਨਾਂ ਕੋਲੇ ਆਪਣਾ ਪ੍ਰਾਈਵੇਟ ਜੈਟ ਹੈਗਾ ਜਾਂ ਨਹੀਂ ਹੈਗਾ। ਉਹ ਲੋਕਾਂ ਨੂੰ ਇਸ ਚੀਜ਼ ਬਾਰੇ ਕਿਉਰਿਓਸਿਟੀ ਹੈ, ਪਰ ਇਹ ਸਾਰੇ ਜਿਹੜੇ ਤੁਸੀਂ ਪੱਤੇ ਨੇ ਜਾਂ ਰਾਜ਼ ਨੇ ਅੱਜ ਤੁਸੀਂ ਖੋਲ੍ਹੇ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਦੇਖੋ, ਪਹਿਲਾਂ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣੀ ਕੰਪਨੀ ਬਾਰੇ ਦੱਸਦੀ ਹਾਂ। ਵਿੰਗਸ ਐਂਡ ਸਕਾਈ ਐਵੀਏਸ਼ਨ ਮੇਰੀ ਕੰਪਨੀ ਦਾ ਨਾਮ ਹੈ ਐਂਡ ਆਪਾਂ ਅੱਜ ਜਿੱਥੇ ਖੜ੍ਹੇ ਹਾਂ ਇਹ ਪਟਿਆਲਾ ਫਲਾਈਂਗ ਕਲੱਬ ਹੈ। ਇਹ ਇੱਕ ਯਾਤੀ ਰਿਪੇਅਰ ਸਟੇਸ਼ਨ ਹੈ ਜਿੱਥੇ ਹੈਲੀਕਾਪਟਰਸ, ਫਿਕਸ ਵਿੰਗ ਮਸ਼ੀਨਸ ਐਂਡ ਸਮੋਲ ਸਾਈਜ਼ ਜੈਟਸ ਦੀ ਰਿਪੇਅਰਿੰਗ ਚੱਲਦੀ ਹੈ। ਠੀਕ ਹੈ ਜੀ। ਇਸ ਟਾਈਮ ਵੀ ਤੁਸੀਂ ਦੇਖ ਰਹੇ ਹੋਵੋਗੇ ਇੱਥੇ 2 ਹੈਲੀਕਾਪਟਰਸ ਆ ਰਿਪੇਅਰ ਹੋ ਰਹੇ ਹੈ ਐਂਡ ਅਸੀਂ ਬੇਸਿਕਲੀ ਕੀ ਕਰਦੇ, ਮੇਰੀ ਕੰਪਨੀ ਦਾ ਨਾਮ ਹੈ ਵਿੰਗਸ ਐਂਡ ਸਕਾਈ ਐਵੀਏਸ਼ਨ। ਅਸੀਂ ਬੇਸਿਕਲੀ ਹੈਲੀਕਾਪਟਰ ਸਰਵਿਸ ਪ੍ਰੋਵਾਈਡਰਸ ਹਾਂ। ਠੀਕ ਹੈ। ਕਿਸੇ ਨੂੰ ਕਿਸੇ ਵੀ ਪਰਪਸ ਲਈ ਇੱਕ ਪ੍ਰਾਈਵੇਟ ਚਾਰਟਰ ਚਾਹੀਦਾ। ਅਸੀਂ ਨੋਰਮਲੀ ਜਿਹੜੀ ਇੱਕ ਟਰਮ ਯੂਜ਼ ਹੁੰਦੀ ਹੈ ਦੈਟ ਇਜ਼ ਅ ਚਾਰਟਰ। ਚਾਰਟਰ ਬੇਸਿਕਲੀ ਜਦੋਂ ਕਿਸੇ ਨੇ ਕੋਈ ਇੱਕ ਪਰਟੀਕੂਲਰ 에ਅਰਕ੍ਰਾਫਟ ਨੂੰ ਸਿਰਫ ਆਪਣੇ ਲਈ ਬੁੱਕ ਕਰਨਾ ਹੁੰਦਾ ਹੈ, ਦੈਨ ਵੀ ਕਾਲ ਇਟ ਪ੍ਰਾਈਵੇਟ ਚਾਰਟਰ। ਠੀਕ ਹੈ ਜੀ। ਬਹੁਤ ਸਾਰੇ ਅਲੱਗ-ਅਲੱਗ ਡਿਮਾਂਡਸ ਲੈ ਕੇ ਲੋਕ ਸਾਡੇ ਕੋਲ ਆਉਂਦੇ ਹੈ। ਕਿਸੇ ਨੇ ਆਪਣੀ ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨਾ ਹੈ ਤਾਂ ਉਹ ਕਹਿੰਦੀ ਹੈ ਜੀ ਅਸੀਂ ਹੈਲੀਕਾਪਟਰ ਜਾਂ ਪ੍ਰਾਈਵੇਟ ਜੈਟ ਬੁੱਕ ਕਰਨਾ ਹੈ। ਆਪਾਂ ਹੈਲੀਕਾਪਟਰ 'ਚ ਬੈਠ ਕੇ ਆਪਣੀ ਉਹਨੇ ਫਿਓਂਸੀ ਨੂੰ ਜਾਂ ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨਾ ਹੈ। ਸੈਕਿੰਡ ਇਜ਼ ਵੈਡਿੰਗਸ। ਕੋਈ ਗਰੂਮ ਆਪਣੀ ਬਰਾਈਡ ਨੂੰ, ਕੋਈ ਦੁਲਹਾ ਆਪਣੀ ਦੁਲਹਨ ਨੂੰ ਪ੍ਰਪੋਜ਼ ਸਰਪ੍ਰਾਈਜ਼ ਦੇਣਾ ਚਾਹੁੰਦਾ ਹੈ ਤਾਂ ਉਹਦੇ ਲਈ ਬੁਕਿੰਗ ਹੁੰਦੀ ਹੈ। ਫਿਰ ਕੋਈ ਬਿਜ਼ਨਸ ਪਰਸਨ ਹੈ, ਉਹਨਾਂ ਨੇ ਆਪਣਾ ਟਾਈਮ ਸੇਵ ਕਰਨਾ ਹੈ ਤਾਂ ਉਹ
ਸਾਡੇ ਨਾਲ ਜਿਹੜੇ ਦਰਸ਼ਕ ਨੇ ਬੜੇ ਆਲੋਚਕ ਵੀ ਨੇ ਤੇ ਬੜੇ ਸੁਲਝੇ ਹੋਏ ਵੀ ਨੇ, ਉਹ ਮੇਰੇ ਤੇ ਸਵਾਲ ਖੜੇ ਕਰ ਸਕਦੇ ਨੇ, ਤੁਹਾਡੇ ਤੇ ਵੀ ਸਵਾਲ ਖੜੇ ਕਰ ਸਕਦੇ ਨੇ ਕਿ ਤੁਸੀਂ ਲੋਕਾਂ ਨੂੰ ਕਿੱਦਾਂ ਦੀਆਂ ਚੀਜ਼ਾਂ ਦੱਸ ਰਹੇ ਹੋ ਕਿ ਗਰਲਫ੍ਰੈਂਡ ਕਿ ਹਾਂ ਕ੍ਰੇਜ਼ੀ ਨੇ ਸਾਡੇ ਪੰਜਾਬੀ, ਕਿ ਕਿਤੇ ਮੈਨੂੰ ਇਟ ਇਜ਼ ਨਾਟ ਓਨਲੀ ਪੰਜਾਬੀ। ਮੈਂ ਤਾਂ ਇਹੀਓ ਕਹਿ ਰਿਹਾ ਹੁਣ ਆਪਾਂ- ਹਰ ਗੱਲ 'ਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਪੰਜਾਬੀ ਕ੍ਰੇਜ਼ੀ ਹੈ, ਸਾਰਾ ਪੂਰਾ ਵਰਲਡ ਹੀ ਕ੍ਰੇਜ਼ੀ। ਸਾਡੇ ਜਿਹੜੇ ਆਡੀਅנס ਹੈ ਨਾ, ਬੜੀ ਥੋੜੀ ਜਿਹੀ ਇਹਨਾਂ ਚੀਜ਼ਾਂ ਨੂੰ ਲੈ ਕੇ ਆਲੋਚਨਾ ਕਰਨ ਲੱਗ ਜਾਂਦੀ ਹੈ। ਜਿਸ ਦਾ ਮਨ ਹੋਊਗਾ ਤੁਹਾਡੇ ਕੋਲ ਜ਼ਰੂਰ ਆਊਗਾ। ਇਸ ਤੋਂ ਇਲਾਵਾ ਇਹਦੇ ਜਿਹੜੇ ਉਹਦਾ ਫਾਇਦੇ ਨੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੀਆਂ ਹੋਰ ਚੀਜ਼ਾਂ ਨੇ, ਕਿਸੇ ਪੇਸ਼ੈਂਟ ਨੂੰ ਤੁਸੀਂ ਦੱਸਿਆ ਕਿ ਅਸੀਂ ਕਿੰਨੇ ਪੇਸ਼ੈਂਟ ਨੂੰ ਇਹਦੇ ਥਰੂ ਕਿਉਰ ਕੀਤਾ। ਅਸੀਂ ਇਹਦੇ ਅਲੱਗ-ਅਲੱਗ ਪਰਪਸਿਸ, ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਂ ਆਈ ਵਾਸ ਅਬਾਊਟ ਟੂ ਕਮ ਟੂ ਦੈਟ ਪੁਆਇੰਟ, ਤੁਸੀਂ ਪਹਿਲਾਂ ਹੀ ਬੋਲਤਾ। ਇਹਦਾ ਸਾਡਾ ਨਾ 에ਅਰ ਐਂਬੂਲੈਂਸ ਵਿੱਚ ਬਹੁਤ ਯੂਜ਼ ਹੁੰਦਾ ਹੈਲੀਕਾਪਟਰਸ ਦਾ, ਕਿਉਂਕਿ ਹੈਲੀਕਾਪਟਰਸ ਬੇਸਿਕਲੀ ਇਟ ਇਜ਼ ਸੱਚ ਅ ਮਸ਼ੀਨ ਵੀ ਜਿੱਥੇ 에ਅਰਪੋਰਟ ਨਹੀਂ ਹੈ ਜਾਂ ਫਿਰ ਰਨਵੇਜ਼ ਨਹੀਂ ਹੈ, ਮੇਨਲੀ ਹਿਮਾਚਲ ਜਾਂ ਫਿਰ ਕੋਈ ਕਹਿ ਲਓ ਇੰਟੀਰੀਅਰਸ ਇਨ ਪੰਜਾਬ, ਜਿੱਥੇ 에ਅਰਪੋਰਟਸ ਨਹੀਂ ਕੋਈ ਨੇੜੇ ਤੇੜੇ ਲੱਗਦੇ, ਉੱਥੇ ਕੋਈ ਪੇਸ਼ੈਂਟ ਹੈ ਉਹਨੂੰ 에ਅਰ ਲਿਫਟ ਕਰਨਾ ਹੈ, ਤਾਂ ਸਾਡੇ ਕੋਲ ਬਹੁਤ ਸਾਰੀਆਂ ਕੁਐਰੀਜ਼ ਆਉਂਦੀਆਂ, ਸਪੈਸ਼ਲੀ ਜਦੋਂ ਸਮਰ ਸੀਜ਼ਨ ਹੁੰਦਾ ਹੈ, ਆਲ ਓਵਰ ਇੰਡੀਆ ਤੋਂ ਹਿਮਾਚਲ ਜਾਂ ਪੰਜਾਬ ਘੁੰਮਣ ਆ ਰਹੇ ਹੈ ਲੋਕ, ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ, ਕੋਈ ਐਕਟੀਵਿਟੀ ਕਰਦਾ ਹੋਇਆ ਕਿਸੇ ਮਤਲਬ ਮੈਟ ਵਿਦ ਸਮ ਐਕਸੀਡੈਂਟ, ਜਾਂ ਫਿਰ ਬਹੁਤ ਹਾਈਟ ਤੇ ਚਲੇ ਜਾਂਦੇ ਹੈ ਹਿਮਾਚਲ 'ਚ, ਉੱਥੇ ਕਿਸੇ ਨੂੰ ਸਟ੍ਰੋਕ ਆ ਗਿਆ ਜਾਂ ਕਿਸੇ ਨੂੰ ਬਰੀਥਿੰਗ ਪ੍ਰੋਬਲਮ ਹੋ ਗਈ, ਤਾਂ ਸਾਡੇ ਕੋਲ ਕੁਐਰੀਜ਼ ਆਉਂਦੀਆਂ, ਅਸੀਂ ਪੇਸ਼ੈਂਟਸ ਨੂੰ 에ਅਰਲਿਫਟ ਕਰਕੇ ਚੰਡੀਗੜ੍ਹ ਲੈ ਕੇ ਆਉਂਦੇ ਹਾਂ ਐਜ਼ ਪਰ ਦੇਅਰ ਰਿਕੁਆਇਰਮੈਂਟ। ਜੇ ਤਾਂ ਪੇਸ਼ੈਂਟ ਬਹੁਤ ਸੀਰੀਅਸ ਨਹੀਂ ਹੈ ਤਾਂ ਉਹ ਜਿਹੜਾ ਹਸਪੀਟਲ ਕਹਿੰਦੇ ਅਸੀਂ ਉੱਥੇ ਉਹਨਾਂ ਨੂੰ ਡ੍ਰੌਪ ਕਰਵਾਉਂਦੇ ਹਾਂ ਅਲੋਂਗ ਵਿਦ ਦੀ ਐਂਬੂਲੈਂਸ ਸਰਵਿਸ। ਐਂਡ ਅਪਾਰਟ ਫਰੋਮ ਦੈਟ, ਅਗਰ ਕੋਈ ਜਿਵੇਂ ਹੁਣੇ ਪਿੱਛੇ ਹਿਮਾਚਲ 'ਚ ਇੱਕ ਐਕਸੀਡੈਂਟ ਹੋ ਗਿਆ ਸੀਗਾ, ਉਹ ਇਜ਼ਰਾਈਲ ਤੋਂ ਆਏ ਹੋਏ ਸੀਗੇ ਘੁੰਮਣ, ਦੇ ਮੈਟ ਵਿਦ ਸਮ ਐਕਸੀਡੈਂਟ ਬਾਈਕਿੰਗ ਕਰਦੇ ਹੋਏ, ਤਾਂ ਉਹਨਾਂ ਦੀ ਇੰਨੀ ਜ਼ਿਆਦਾ ਹਾਲਤ ਖਰਾਬ ਹੋ ਗਈ ਸੀਗੀ, ਅਸੀਂ ਉਹਨਾਂ ਨੂੰ ਇੱਥੋਂ ਦੀ ਪਹਿਲਾਂ ਉਹਨਾਂ ਨੂੰ 에ਅਰਲਿਫਟ ਕੀਤਾ ਮਨਾਲੀ ਤੋਂ ਚੰਡੀਗੜ੍ਹ ਲੈ ਕੇ ਆਏ, ਫਿਰ ਚੰਡੀਗੜ੍ਹ ਤੋਂ ਉਹਨਾਂ ਨੂੰ ਆਪਾਂ 에ਅਰਪੋਰਟ ਤੋਂ 에ਅਰ ਐਂਬੂਲੈਂਸ 'ਚ ਬੋਰਡ ਕਰਵਾ ਕੇ ਦਿੱਲੀ ਮੈਕਸ ਹਸਪੀਟਲ 'ਚ ਭੇਜਿਆ। ਸੋ ਇਟ ਡਿਪੈਂਡਸ, ਅਲੱਗ-ਅਲੱਗ ਤਰ੍ਹਾਂ ਦਾ ਅਲੱਗ-ਅਲੱਗ ਡਿਮਾਂਡਸ ਹੁੰਦੀਆਂ ਸਭ ਦੀਆਂ। ਸੋ ਬਹੁਤ ਸਾਰੇ ਯੂਜ਼ ਹੈ ਇਹਦੇ ਹੈਲੀਕਾਪਟਰ ਦੇ। ਇੱਕ ਤਾਂ ਅਸੀਂ ਇਹਨੂੰ ਕਿਤੇ ਵੀ ਲੈਂਡ ਕਰ ਸਕਦੇ ਹਾਂ, ਸਾਨੂੰ ਇਹਦੇ ਲਈ ਕੋਈ ਬਹੁਤ ਬੜੇ ਰਨਵੇ ਜਾਂ ਕੁਛ ਇੱਦਾਂ ਕੋਈ ਸਪੈਸ਼ਲ ਲੋ ਨਹੀਂ ਚਾਹੀਦਾ ਹੁੰਦੇ ਫੀਚਰਸ, ਅਤੇ ਆਪਾਂ ਇਸ ਤੋਂ ਇਲਾਵਾ ਤੁਸੀਂ ਤਾਂ ਚਲੋ ਆਪਾਂ ਨਾਲ ਗੱਲਾਂ ਕਰੀ ਜਾਵਾਂਗੇ, ਮੈਨੂੰ ਇਹਨਾਂ ਦੇ ਡਿਫਰੈਂਸ ਦੱਸ ਦਿਓ। ਇੱਕ ਤਾਂ ਜਿੱਦਾਂ ਇਹ ਤੁਸੀਂ ਫਿਕਸ ਵਿੰਗ ਦੱਸਿਆ ਜੀ, ਸੈਸਨਾ ਫਿਕਸ ਵਿੰਗ 에ਅਰਕ੍ਰਾਫਟ ਹੈ, ਇਹ ਮੇਨਲੀ ਯੂਜ਼ ਹੁੰਦਾ ਸਰਵੇਜ਼ ਲਈ, ਕੋਈ ਗੂਗਲ ਮੈਪਿੰਗ ਕਰਨੀ ਹੈ ਜਾਂ ਫਿਰ ਰਿਲਾਇੰਸ ਵਾਲਿਆਂ ਨੇ, ਜਿਵੇਂ ਪਿੱਛੇ ਜੇ ਕੰਟਰੈਕਟ 'ਤੇ ਸੀਗਾ ਰਿਲਾਇੰਸ ਨੇ ਜਾਂ ਕਿਸੇ ਹੋਰ ਕੰਪਨੀ ਨੇ ਆਪਣਾ ਕੋਈ 5G ਦਾ ਸਰਵੇ ਕਰਵਾਉਣਾ ਜਾਂ ਹੋਰ ਬੜੇ ਤਰ੍ਹਾਂ ਦੇ ਗੰਗਾ ਦਾ ਸਰਵੇ ਚ। ਹਾਂਜੀ, ਬਹੁਤ ਤਰ੍ਹਾਂ ਦੇ ਸਰਵੇਜ਼ ਹੁੰਦੇ ਹੈ, ਡਿਫਰੈਂਟ ਕੰਪਨੀਜ਼ ਇਹਨਾਂ ਨੂੰ, ਬਿਗ ਕਾਰਪੋਰੇਟ ਕੰਪਨੀਜ਼ ਆਪਣੀ ਲਈ ਨਹੀਂ ਹੈਗਾ। ਨਹੀਂ, ਦਿਸ ਇਜ਼ ਨਾਟ ਫॉर ਪੈਸੇਂਜਰਸ, ਠੀਕ ਹੈ ਜੀ। ਇੱਕ ਹੈਲੀਕਾਪਟਰ ਹੋ ਗਿਆ ਤੇ ਇੱਕ ਪ੍ਰਾਈਵੇਟ ਜੈਟ। ਬੈਲ 407 ਮੇਨਲੀ ਇੰਡੀਆ 'ਚ ਇੱਦਾਂ ਦੀ ਮਸ਼ੀਨ ਹੈ ਜਿਹੜੀ ਪੈਸੇਂਜਰਸ ਲਈ ਬਹੁਤ ਜ਼ਿਆਦਾ ਯੂਜ਼ ਹੋ ਰਹੀ ਹੈ। ਬੈਲ 407 ਕਿੰਨੀ ਕੀਮਤ ਹੋਊਗੀ ਜੀ ਇਹਦੀ? ਹਾਂਜੀ, ਇਹਦੀ ਕੀਮਤ ਕਿੰਨੀ? ਕੀਮਤ ਉਹ ਕਮਰਸ਼ੀਅਲਸ ਤਾਂ ਆਪਾਂ ਆਈ ਡੋਂਟ ਥਿੰਕ ਸਾਨੂੰ ਇੱਥੇ ਡਿਸਕਸ ਕਰਨੇ ਚਾਹੀਦੇ ਲੋਕਾਂ 'ਚ, ਐਵੇਂ ਕਿਉਰਿਓਸਿਟੀ ਬਣ ਜਾਣੀ ਫਿਰ। ਕਿਉਰਿਓਸਿਟੀ ਦੇ ਜਵਾਬ ਲੈਣ ਆਏ ਆ। ਅੱਛਾ ਜੀ, ਇਹਦੀ ਜੀ ਅਗਰ ਆਪਾਂ ਸੈਕਿੰਡ ਹੈਂਡ ਲਈ ਦੇਖੀਏ ਤਾਂ ਸੈਕਿੰਡ ਹੈਂਡ ਸਾਨੂੰ ਅਰਾਊਂਡ 20 CR ਦਾ ਮਿਲ ਜਾਂਦਾ ਹੈ। ਹਾਂਜੀ, 16 to 20 CR ਦੇ ਵਿੱਚ ਸਾਨੂੰ ਮਿਲ ਜਾਂਦਾ ਹੈ ਬੈਲ 407, ਠੀਕ ਹੈ। ਹਾਂਜੀ, ਇਸ ਤੋਂ ਇਲਾਵਾ ਹੋਰ ਬੀਚਕ੍ਰਾਫਟ B2 ਹੈ, B300 ਹੈ, ਡਿਫਰੈਂਟ 에ਅਰਕ੍ਰਾਫਟਸ ਹੈ, ਹਰ 에ਅਰਕ੍ਰਾਫਟ ਦਾ ਆਪਣਾ ਪ੍ਰਾਈਸ ਹੈ। ਬਟ ਅਗਰ ਆਪਾਂ ਬੈਲ 407 ਦੀ ਗੱਲ ਕਰੀਏ ਤਾਂ ਇਹ ਸਾਨੂੰ 16 ਤੋਂ 20 CR ਦਾ ਸੈਕਿੰਡ ਹੈਂਡ ਮਿਲ ਜਾਂਦਾ ਹੈ। ਬਟ ਅਗੇਨ ਹੁਣ ਆਪਾਂ ਇੰਨੀ ਕੁ ਤਾਂ ਗੱਲ ਆਪਾਂ ਦੱਸਤੀ ਆਪਣੇ ਆਡੀਅנס ਨੂੰ, ਹੁਣ ਮੈਨੂੰ ਫੋਨ ਆਉਣੇ ਸ਼ੁਰੂ ਹੋ ਜਾਣਗੇ, ਮੈਡਮ ਇਹ ਕਿੱਥੋਂ ਖਰੀਦ ਸਕਦੇ ਹਾਂ। ਹੁਣ ਅਗਲਾ ਜਵਾਬ ਤੁਸੀਂ ਦਿਓ ਵੀ ਇਹਨੂੰ ਆਪਾਂ ਖਰੀਦ ਤਾਂ ਲਵਾਂਗੇ। ਰੱਖਣਾ ਬਹੁਤ ਸੌਖਾ ਹੈ। ਮੈਨੂੰ ਮੈਡਮ ਨਾਲ ਪਹਿਲਾਂ ਮੈਂ ਗੱਲ ਕੀਤੀ, ਸੌਖਾ ਨਹੀਂ ਹੈ ਕਿਉਂਕਿ ਮੈਂ ਮੈਡਮ ਨਾਲ ਪਹਿਲਾਂ ਗੱਲ ਕੀਤੀ ਤਾਂ ਇਹਦਾ ਖੜੇ ਦਾ ਜਿਹੜਾ ਮਹੀਨੇ ਦੇ 20-30 ਲੱਖ ਰੁਪਇਆ ਜਿਹੜਾ ਕੱਲਾ ਖਰਚ 15-16 ਲੱਖ ਰੁਪਇਆ, ਵੈਦਰ ਇਟ ਇਜ਼ ਫਲਾਈਂਗ ਔਰ ਨਾਟ, ਬਟ ਇਹਦਾ ਖੜੇ ਦਾ ਖਰਚਾ ਹੈਗਾ ਟੂ ਮੇਨਟੇਨ ਇਟ। ਹਾਂਜੀ, ਤੁਹਾਨੂੰ ਪਾਇਲਟ ਵੀ ਰੱਖਣਾ ਪਊਗਾ, ਇੰਜੀਨੀਅਰ ਵੀ ਇਹਦੇ ਲਈ ਰੱਖਣਾ ਪਏਗਾ, ਕੁਝ ਸਾਨੂੰ ਗਵਰਨਮੈਂਟ ਫੀ ਪੇ ਕਰਨੀ ਪੈਂਦੀ ਹੈ, ਐਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ, ਓਵਰਹੈਡ ਐਕਸਪੈਂਸਿਸ ਹੈ, ਉਹ ਸਾਰੇ ਮਿਲਾ ਕੇ ਅਗਰ ਇਹ ਈਵਨ ਇਫ ਇਟ ਇਜ਼ ਨਾਟ ਫਲਾਈਂਗ 15 ਤੋਂ 16 ਲੱਖ ਤਾਂ ਸਾਨੂੰ ਐਵਰੀ ਮੰਥ ਵੀ ਹੈਵ ਟੂ ਸਪੇਅਰ ਟੂ ਮੇਨਟੇਨ ਇਟ। ਕਿੰਨੀ ਕੁ ਪੁਰਾਣੀ ਹੋਗੀ ਤੁਹਾਡੀ ਇਹ ਕੰਪਨੀ, ਕਿੰਨੀ ਕੁ ਮੈਚਿਓਰ ਹੈ ਜੇ ਮੈਂ ਗੱਲ ਕਰਾਂ? ਵਿੰਗਸ ਐਂਡ ਸਕਾਈ ਐਵੀਏਸ਼ਨ ਆਪਾਂ ਕੋਵਿਡ 'ਚ ਹੀ ਫਾਰਮ ਕਰੀ ਹੈ, ਬਟ ਉਸ ਤੋਂ ਪਹਿਲਾਂ ਇਹ ਚਾਰਟਰ ਪਲੇਨ ਇੰਡੀਆ ਦੇ ਨਾਮ ਤੋਂ ਸੀਗੀ। ਮੈਂ ਤੁਹਾਡੀ ਉਸ ਕਹਾਣੀ ਪੁੱਛਣਾ ਚਾਹੂੰਗਾ ਕਿ ਸ਼ੈਫ ਤੋਂ ਇੱਧਰ ਕਿੱਦਾਂ? ਸੀ ਡਿਊਰਿੰਗ ਕੋਵਿਡ ਹਰ ਕਿਸੇ ਨੂੰ ਆਪਣੇ ਆਪਣੇ ਕੰਮ 'ਚ ਪ੍ਰੋਬਲਮ ਆਈ, ਸੋ ਮੈਂ ਜਿਹੜਾ ਕੰਮ ਉਸ ਟਾਈਮ ਕਰ ਰਹੀ ਸੀਗੀ ਉਹਦੇ 'ਚ ਮੈਨੂੰ ਵੀ ਦਿੱਕਤ ਆਈ,
ਤਾਂ ਡਿਊਰਿੰਗ ਦੈਟ ਪੀਰੀਅਡ ਮੈਨੂੰ ਇੱਕ ਆਫਰ ਆਈ, ਸਿੰਸ ਆਈ ਹੈਵ ਸਮ ਐਕਸਪੀਰੀਅੰਸ ਇਨ 에ਅਰਲਾਈਨਸ ਐਂਡ ਟਰੈਵਲ ਇੰਡਸਟਰੀ ਆਲਸੋ। ਤਾਂ ਮੈਨੂੰ ਇੱਕ ਆਫਰ ਆਈ ਉਹਨਾਂ ਨੇ ਕਿ ਅਗਰ ਮੈਂ ਏਵੀਏਸ਼ਨ ਇੰਡਸਟਰੀ 'ਚ ਕੰਮ ਕਰਨਾ ਚਾਹੁੰਦੀ ਹਾਂ ਕਿ ਨਹੀਂ। ਮੈਨੂੰ ਪਹਿਲਾਂ ਤਾਂ ਸ਼ੁਰੂ 'ਚ ਥੋੜ੍ਹਾ ਜਿਹਾ ਆਈ ਵਾਜ਼ ਹੈਸੀਟੈਂਟ, ਮੈਨੂੰ ਲੱਗ ਰਿਹਾ ਸੀਗਾ ਵੀ ਨਹੀਂ ਮੇਰਾ ਸ਼ਾਇਦ ਮੈਂ ਇਸ ਏਜ ਵਿੱਚ ਆ ਕੇ ਹੁਣ ਮੈਂ ਇਹਨੂੰ ਕਿਵੇਂ ਪਿਕਅਪ ਕਰਾਂਗੀ ਜਾਂ ਕਿੱਦਾਂ। ਫਿਰ ਮੈਂ ਜਿਹੜੀ ਕੰਪਨੀ ਤੋਂ ਮੈਨੂੰ ਆਫਰ ਸੀਗਾ ਮੈਂ ਉਹਨਾਂ ਨੂੰ ਕਿਹਾ ਵੀ ਆਈ ਵਿਲ ਟਰਾਈ ਇਟ ਫॉर 1 ਮੰਥ, ਅਗਰ ਮੈਨੂੰ ਇੰਟਰਸਟਿੰਗ ਲੱਗਿਆ ਤਾਂ ਆਈਲ ਕੈਰੀ ਫੋਰਵਰਡ ਵਿਦ ਦਿਸ, ਅਦਰਵਾਈਜ਼ ਆਈਲ ਨੋਟ ਵੇਸਟ ਯੋਰ ਟਾਈਮ। ਤਾਂ ਜਦੋਂ ਮੈਂ ਇਹਨੂੰ ਕਰਨਾ ਸ਼ੁਰੂ ਕਰਿਆ, ਵੈਨ ਆਈ ਸਟਾਰਟਿਡ ਲਰਨਿੰਗ, ਕੋਵਿਡ ਸੀਗਾ, ਜਾ ਤਾਂ ਸਕਦੇ ਨਹੀਂ ਸੀ ਆਫਿਸ, ਸਾਰਾ ਆਨਲਾਈਨ ਹੀ ਫੋਨਸ ਉੱਪਰ ਸਾਰਾ ਕੰਮ ਸਿੱਖਿਆ। ਐਂਡ ਵੈਨ ਆਈ ਲਰਨਡ ਐਵਰੀਥਿੰਗ ਤਾਂ ਮੈਨੂੰ ਬਹੁਤ ਇੰਟਰਸਟਿੰਗ ਲੱਗਿਆ। ਤਾਂ ਦਿਸ ਇਜ਼ ਹਾਊ ਆਈ ਜੁਆਇਨਡ ਦਿਸ ਇੰਡਸਟਰੀ। ਕਿਉਂਕਿ ਮੈਂ ਇਸ ਇੰਡਸਟਰੀ ਬਾਰੇ ਇਸ ਲਈ ਪੁੱਛ ਰਿਹਾ, ਸਾਡਾ ਵੀ ਰੋਜ਼ ਕਈਆਂ ਦੇ ਨਾਲ ਵਾਹ ਪਾਉਂਦਾ, ਪਰ ਜਿਹੜੀ ਇਸ ਇੰਡਸਟਰੀ ਦੇ ਕਿਸੇ ਬੰਦੇ ਦੇ ਨਾਲ ਮੇਰਾ ਪਹਿਲੀ ਵਾਰ ਵਾਹ ਪੈ ਰਿਹਾ ਕਿ ਮੈਨੂੰ ਵੀ ਕਿਉਰਿਓਸਿਟੀ ਹੈ ਪੁੱਛਣਾ ਜਾਣਨ ਦੀ ਕਿ ਕਿੰਨੇ ਕੁ ਫਾਇਦੇਮੰਦ ਹੈ, ਜਾਂ ਤੁਹਾਨੂੰ ਕਿੱਦਾਂ ਦੀਆਂ ਕਾਲਸ ਆਉਂਦੀਆਂ ਨੇ, ਕਿੱਦਾਂ ਦੇ ਤੁਸੀਂ ਜਿਹੜੇ ਤੁਹਾਡੇ ਕਲਾਇੰਟਸ ਨੇ, ਤੁਸੀਂ ਦੱਸਿਆ ਕਿ ਤੁਸੀਂ ਵਿਆਹਾਂ ਸ਼ਾਦੀਆਂ ਦੇ ਲਈ ਵੀ, ਜਾਂ ਕੋਈ ਕਿਸੇ ਨੇ ਆਪਣੀ ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨਾ ਹੈ, ਕਿਸੇ ਨੂੰ ਕੋਈ ਐਮਰਜੈਂਸੀ ਆ ਗਈ, ਹੁਣ ਤੱਕ ਲਾਸਟ ਜਿਹੜੀ ਮੈਂ ਤੁਹਾਡੀਆਂ 2-3 ਰਾਈਡਸ ਦੀ ਗੱਲ ਕਰਾਂ ਤਾਂ ਕਿੱਦਾਂ ਦੀਆਂ ਤੁਹਾਡੇ ਕੋਲੇ ਕਲਾਇੰਟਸ ਆ ਰਹੇ? ਕਾਲਸ ਸ਼ੈਸ਼ਵ ਜੀ ਮੈਨੂੰ ਮਿਕਸਡ ਆਉਂਦੀਆਂ। ਦੇਖੋ ਚਾਹੇ ਕੋਈ ਪੂਅਰ ਫੈਮਿਲੀ ਤੋਂ ਹੈ, ਚਾਹੇ ਕੋਈ ਬਹੁਤ ਰਿਚ ਹੈ, ਹਰ ਕਿਸੇ ਨੂੰ ਸ਼ੌਂਕ ਹੁੰਦਾ ਹੈ, ਹਰ ਕਿਸੇ ਦਾ ਡ੍ਰੀਮ ਹੁੰਦਾ ਹੈ 에ਅਰਪਲੇਨ 'ਚ ਬੈਠਣਾ। ਠੀਕ ਹੈ ਜੀ, ਮੈਨੂੰ ਹਰ ਤਰ੍ਹਾਂ ਦੀਆਂ ਕਾਲਸ ਆਉਂਦੀਆਂ। ਕੁਝ ਲੋਕ ਮੈਨੂੰ यूपी बिहार ਤੋਂ फ़ोन करके कहते हैं भी मैम हमारा सपना है, पैसे इकट्ठे करेंगे और किस दिन बैठेंगे। ਤਾਂ ਮੈਨੂੰ ਆਈ ਆਲਸੋ ਗੈਟ ਇਮੋਸ਼ਨਲ, ਮੈਨੂੰ ਅੱਛਾ ਲੱਗਦਾ ਹੈ, ਮੈਂ ਸੁਣਦੀ ਹਾਂ ਉਹਨਾਂ ਦੀ ਗੱਲ। ਹਾਲਾਂਕਿ ਮੈਨੂੰ ਪਤਾ ਹੁੰਦਾ ਉਹ ਨਹੀਂ ਲੈਣ ਪਾਣਗੇ, ਤਾਂ ਵੀ ਮੈਂ ਉਹਨਾਂ ਦੀ ਕੁਐਰੀ ਦਾ ਪੂਰਾ ਆਰਾਮ ਨਾਲ ਸ਼ਾਂਤੀ ਨਾਲ ਸੁਣ ਕੇ ਰਿਪਲਾਈ ਕਰਦੀ ਹਾਂ। ਸਮ ਆਫ ਦੈਮ ਸੇ ਵੀ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ, ਅਸੀਂ ਇੱਕ ਦਿਨ ਜ਼ਰੂਰ ਬੈਠਾਂਗੇ। ਆਈ ਆਲਸੋ ਫੀਲ ਗੁੱਡ ਵੀ ਚਲੋ ਲੋਕਾਂ 'ਚ ਐਟਲੀਸਟ ਉਹਨਾਂ ਦੇ ਸ਼ੌਂਕ ਹੈ, ਡ੍ਰੀਮਸ ਹੈਗੇ ਹੈ। ਐਂਡ ਆਈ ਥਿੰਕ ਫਲਾਈਂਗ ਇਜ਼ ਲਾਈਕ एवरीवन's ਡ੍ਰੀਮ, ਹੈ ਨਾ, ਹਰ ਕਿਸੇ ਨੂੰ ਪਸੰਦ ਹੈ ਫਲਾਈਂਗ ਕਰਨਾ। ਐਂਡ ਬਟ ਅਗਰ ਅਸੀਂ ਸਿੰਸ ਆਈ ਐਮ ਵਰਕਿੰਗ ਇਨ ਪੰਜਾਬ ਮਾਰਕੀਟ, ਅਗਰ ਅਸੀਂ ਪੰਜਾਬ ਮਾਰਕੀਟ ਦੀ ਗੱਲ ਕਰੀਏ ਤਾਂ ਸਾਨੂੰ ਪੰਜਾਬ ਤੋਂ ਬਹੁਤ ਜ਼ਿਆਦਾ ਮੈਕਸੀਮਮ ਜਿਹੜੀਆਂ ਕੁਐਰੀਜ਼ ਹੈ ਉਹ ਵੈਡਿੰਗ ਕੁਐਰੀਜ਼ ਹੈ। ਸਾਨੂੰ ਬਹੁਤ ਅੱਜ ਕੱਲ੍ਹ ਸਾਡਾ ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਐਜ਼ ਯੂ ਨੋ ਵੀ ਪੰਜਾਬ 'ਚ ਬਹੁਤ ਵਿਆਹ ਹੋ ਰਹੇ ਹੈ। ਸਾਡੇ ਆਲਮੋਸਟ ਐਵਰੀ ਸੈਕਿੰਡ ਡੇ ਸਾਡਾ ਕੋਈ ਨਾ ਕੋਈ 에ਅਰਕ੍ਰਾਫਟ ਕਿਸੇ ਨਾ ਕਿਸੇ ਵਿਆਹ 'ਚ ਕਿਤੇ ਬਰਾਈਡ ਨੂੰ ਪਿਕ ਕਰਨ ਜਾ ਰਿਹਾ ਹੁੰਦਾ ਹੈ, ਕਿਤੇ ਗਰੂਮ ਨੂੰ, ਕਿਤੇ ਬਰਾਈਡ ਗਰੂਮ ਦੀ ਐਂਟਰੀ ਕਰਵਾ ਰਹੇ ਹੁੰਦੇ ਆ, ਕਿਤੇ ਕਿਸੇ ਨੀਚੇ ਆਨੰਦ ਕਾਰਜ ਹੋ ਰਿਹਾ ਉੱਤੋਂ ਫਲਾਵਰ ਸ਼ਾਵਰ ਕਰਵਾ ਰਹੇ ਹੁੰਦੇ ਆ। ਅਲੱਗ-ਅਲੱਗ ਸ਼ੌਂਕ ਹੈ ਲੋਕਾਂ ਦੇ। ਉਹਨਾਂ ਨੂੰ ਔਖਾ ਕਰਤਾ ਜਿਨ੍ਹਾਂ ਦੀ ਪੋਕੇਟ ਅਲਾਉ ਨਹੀਂ ਕਰਦੇ, ਉਹਨਾਂ ਦੇ ਜਿਹੜੇ ਪਾਰਟਨਰ ਨੇ, ਉਹਨੇ ਕਿਸੇ ਨੇ ਵੀ ਕਹਿਤਾ, ਮੰਨ ਲਓ ਕੁੜੀ ਨੇ ਕਹਿਤਾ ਕਿ ਮੈਂ ਤਾਂ ਇਹਦੇ ਵਿੱਚ ਹੀ ਜਾਣਾ, ਐਰੋਪਲੇਨ ਦੇ ਵਿੱਚ ਜਾਣਾ, ਹੈਲੀਕਾਪਟਰ 'ਚ ਜਾਣਾ, ਉਹ ਵਿਚਾਰਾ ਅਫੋਰਡ ਨਾ ਕਰ ਸਕਿਆ। ਉਹਨਾਂ ਲਈ ਕੋਈ ਹੈ ਤੁਹਾਡੇ ਕੋਲ ਕੋਈ ਪੈਕੇਜ ਕਿ ਛੋਟਾ ਜਿਹਾ ਕਿਤੇ ਬਣਾਇਆ ਹੋਵੇ ਕਿ ਹਾਂ ਥੋੜ੍ਹੀ ਜਿਹੀ ਰਾਈਡ ਹੈ ਤਾਂ ਇਹ ਇੰਨੀ ਟਿਕਟ 'ਚ? ਆਈ ਐਮ ਕਮਿੰਗ ਟੂ ਦੈਟ ਪੁਆਇੰਟ ਓਨਲੀ ਸ਼ੈਸ਼ਵ ਜੀ। ਆਪਾਂ ਨਾ ਇੱਕ ਜੋਏ ਰਾਈਡਸ ਦਾ ਤੁਸੀਂ ਸ਼ਾਇਦ ਕਦੇ ਵਰਡ ਸੁਣਿਆ ਹੋਣਾ। ਇੱਕ ਹੁੰਦੀਆਂ ਜੋਏ ਰਾਈਡਸ ਜਿਹੜੀਆਂ ਕਿ ਬਹੁਤ ਹੀ ਸ਼ਾਰਟ ਰਾਈਡਸ ਹੁੰਦੀਆਂ 5 ਮਿੰਟਸ ਦੀਆਂ, ਵਿਚ ਨੋਰਮਲੀ ਕੋਸਟ ਲਾਈਕ ਅਰਾਊਂਡ 7-8,000 ਤੋਂ ਲੈ ਕੇ 10-12,000 ਦੀ ਰੇਂਜ ਵਿੱਚ ਕੋਸਟ ਕਰਦੀਆਂ। ਮਨਾਲੀ ਵਿੱਚ ਸਾਡੀਆਂ ਰੈਗੂਲਰ ਚੱਲ ਰਹੀਆਂ ਸੀਗੀਆਂ ਪਹਿਲਾਂ, ਬਟ ਅੱਜ ਕੱਲ੍ਹ ਡਿਊ ਟੂ ਸਮ ਰੀਜ਼ਨ ਅਸੀਂ ਉਹ ਸਟਾਪ ਕਰੀਆਂ ਹੋਈਆਂ। ਐਂਡ ਇੱਕ ਵਾਰ ਅਸੀਂ ਕੁਫਰੀ 'ਚ ਵੀ ਚਲਾਈਆਂ ਸੀ। ਕੁਫਰੀ 'ਚ ਸਾਡਾ ਆਪਣਾ ਹੈਲੀਪੈਡ ਹੈ, ਉੱਥੇ ਵੀ ਅਸੀਂ ਜੋਏ ਰਾਈਡਸ ਕਰਵਾਈਆਂ ਸੀਗੀਆਂ। ਅਤੇ ਆਪਾਂ ਫਿਰ ਦੁਬਾਰਾ ਫਿਊਚਰ 'ਚ ਜੋਏ ਰਾਈਡਸ ਕਰਵਾਉਣ ਦਾ ਪਲਾਨ ਕਰ ਰਹੇ ਹਾਂ। ਸੋ ਜਿਹਦੇ ਵੀ ਇੱਦਾਂ ਦੇ ਡਰੀਮਸ ਹੈ ਬਟ ਦੇ ਕੈਨ ਨਾਟ ਅਫੋਰਡ ਅ ਚਾਰਟਰ, ਇੱਕ ਪੂਰਾ ਚਾਰਟਰ ਅਫੋਰਡ ਨਹੀਂ ਕਰ ਸਕਦੇ ਜਿਹਦੀ ਕਾਸਟ ਲੈਕਸ ਵਿੱਚ ਹੁੰਦੀ ਹੈ, ਦੇ ਕੈਨ ਆਲਵੇਜ਼ ਕੰਟੈਕਟ ਅਸ। ਅਸੀਂ ਉਹਨਾਂ ਨੂੰ ਦੱਸਾਂਗੇ ਜਦੋਂ ਸਾਡੀਆਂ ਜੋਏ ਰਾਈਡਸ ਸ਼ੁਰੂ ਹੋਣਗੀਆਂ, ਦੇ ਕੈਨ ਕਮ ਟੂ ਅਸ। ਜਿੱਥੇ ਵੀ ਅਸੀਂ, ਚਾਹੇ ਮਨਾਲੀ ਆ, ਚਾਹੇ ਅਸੀਂ ਕੁਫਰੀ, ਜਿੱਥੇ ਵੀ ਉਹਨੂੰ ਆਪਾਂ ਆਰਗੇਨਾਈਜ਼ ਕਰ ਰਹੇ ਹਾਂ ਉੱਥੇ ਉਹ ਸਾਡੇ ਤੋਂ ਜੋਏ ਰਾਈਡਸ ਲੈ ਸਕਦੇ ਆ। ਬਟ ਐਜ਼ ਆਫ ਨਾਓ ਸਟਾਪਡ ਹੈ। ਹਵਾ 'ਚ ਜਾਣ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਸੇਫਟੀ ਦੀ ਗੱਲ ਨਾ ਹੋਵੇ, ਮੈਨੂੰ ਲੱਗਦਾ ਇਹ ਵੀ ਗਲਤ ਹੋਊਗਾ। ਸੇਫਟੀ ਪੈਰਾਮੀਟਰਸ ਕੀ ਰਹਿੰਦੇ ਨੇ? ਆਪਾਂ ਦੇਖੋ ਜੀ, ਬੈਲ 407 ਇਟਸ ਅ ਸੇਫੈਸਟ ਮਸ਼ੀਨ। ਸੇਫਟੀ ਪੈਰਾਮੀਟਰਸ ਫॉर द ਕਸਟਮਰ ਤੁਸੀਂ ਪੁੱਛ ਰਹੇ ਹੋ, ਫॉर द ਪੈਸੇਂਜਰ। ਜਿਹੜਾ ਵੀ ਪੈਸੇਂਜਰ ਇੱਕ ਹੈਲੀਕਾਪਟਰ ਵਿੱਚ ਫਲਾਈ ਕਰ ਰਿਹਾ ਹੈ, ਦ ਮੋਮੈਂਟ ਹੀ ਬੁੱਕ ਦੀ ਹੈਲੀਕਾਪਟਰ, ਦ ਮੋਮੈਂਟ ਹੀ ਬੁੱਕ ਦੀ ਦਿਸ ਥਿੰਗ, ਇੱਕ ਸਾਡਾ ਪੈਸੇਂਜਰ ਮੈਨੀਫੈਸਟ ਬਣਦਾ ਹੈ, ਉਹ ਅਸੀਂ ਬਣਾਉਂਦੇ ਇਸੀ ਕਰਕੇ ਆ। ਜਿਹੜਾ ਵੀ ਬੰਦਾ ਇੱਕ ਵਾਰ ਸਾਡੇ 에ਅਰਕ੍ਰਾਫਟ 'ਚ ਬੈਠ ਗਿਆ, ਆਫਟਰ ਸਿਟਿੰਗ ਇਨ ਆਰ 에ਅਰਕ੍ਰਾਫਟ ਹੀ ਇਜ਼ ਇੰਸ਼ੋਰਡ ਵਿਦ ਆਰ ਕੰਪਨੀ। ਇਫ ਹਾਂਜੀ ਬਿਲਕੁਲ, ਇਫ ਐਨੀਥਿੰਗ ਗੋਡ ਫੋਰਬਿਡ happens bad, that person is insured. Even the complete aircraft, pilot, crew, everybody, including us, including the passengers, everybody is insured in that cost only, whatever he has paid.
ਪਰਮਾਤਮਾ ਕਦੇ ਕੋਈ ਅਜਿਹਾ ਜਿਹੜਾ ਨਹੀਂ ਆਵੇ। ਪਰ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਇਹਨਾਂ ਇੱਕ ਹੋਰ ਜਿਹੜੀ ਪੰਜਾਬ ਦੇ ਅੰਦਰ ਦਲਜੀਤ ਦੀ ਬੜੀ ਜਿਹੜੀ ਚਰਚਾ ਹੋਈ ਸੀਗੀ ਕਿ ਮੈਂ ਇਹ ਤਾਂ ਪੁੱਛਿਆ ਸੀ ਕਿ ਕਿੰਨੇ ਕੁ ਮਹਿੰਗੇ ਹੁੰਦੇ ਨੇ, ਕਿਉਂਕਿ ਦਲਜੀਤ ਨੇ ਇੱਕ ਜਿਹੜੀ ਇੱਕ ਆਪਣੇ ਕਿਸੇ ਇੰਟਰਵਿਊ ਦੇ ਵਿੱਚ ਕਹਿਤਾ ਸੀਗਾ ਜਾਂ ਇੱਕ ਫੋਟੋ ਪਾਤੀ ਸੀ ਕਿ ਪ੍ਰਾਈਵੇਟ ਜੈਟ। ਹਾਂ ਬਿਲਕੁਲ, ਤਾਂ ਉਹ ਸ਼ੋਟ ਵੀ ਜ਼ਰੂਰ ਦਿਖਾ ਦਿਓ। ਬੜੀ ਸਪੀਡ ਦੇ ਨਾਲ ਰਨਵੇ ਤੇ ਜਾਂਦਾ ਹੈ, ਹਾਂਜੀ ਹਾਂਜੀ ਰਨਵੇ ਤੇ ਬੜੀ ਤੇਜ਼ ਜਾਂਦਾ ਹੈ। ਹਾਂਜੀ ਹਾਂਜੀ ਦੈਟ ਇਜ਼ ਆਲਸੋ ਸੈਸਨਾ ਫਿਕਸ ਵਿੰਗ। ਹਾਂਜੀ ਇਹ ਵੀ ਫਿਕਸ ਵਿੰਗ ਹੈ। ਹਾਂ, ਤਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਉਹ ਦਲਜੀਤ ਨੇ ਇੱਕ ਫੋਟੋ ਜਿਹੜੀ ਕਲਿੱਕ ਕਰਕੇ ਪਾਤੀ ਸੀ, ਉਸ ਨੂੰ ਲੈ ਕੇ ਇੱਕ ਮਿਸਟਰੀ ਜੀ ਬਣੀ ਹੋਈ ਹੈ। ਦਲਜੀਤ ਨੇ ਕਿਸੇ ਇੰਟਰਵਿਊ ਦੇ ਵਿੱਚ ਕਿਹਾ ਵੀ ਸੀ ਕਿ ਮੇਰੀ ਮਜਬੂਰੀ ਬਣ ਗਈ ਉਹ ਲੈਣਾ, ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਵਰਗੀਆਂ ਸਰਵਿਸ ਪ੍ਰੋਵਾਈਡਰਸ ਕੰਪਨੀ ਨੂੰ ਮੈਨੂੰ ਲੱਗਦਾ ਕਿ ਉਹ ਅੱਗੇ ਦੇ ਦਿੰਦੇ ਨੇ। ਜੀਤ ਜੀ ਨੇ ਬਿਲਕੁਲ ਕਲੀਅਰ ਇੱਕ ਇੰਟਰਵਿਊ 'ਚ ਆਪਨੇ ਕਿਹਾ ਹੈ ਵੀ ਉਹ ਉਹਨਾਂ ਨੂੰ ਕਿਸੇ ਪ੍ਰੋਡਕਸ਼ਨ ਹਾਊਸ ਨੇ ਬੁੱਕ ਕਰਕੇ ਦਿੱਤਾ ਸੀਗਾ, ਕਿਉਂਕਿ ਉਹਨਾਂ ਦੀ ਸ਼ੂਟਿੰਗ ਕਿਸੇ ਜੋ ਮੈਂ ਉਹਨਾਂ ਦੀ ਕਿਸੇ ਇੰਟਰਵਿਊ 'ਚ ਸੁਣਿਆ ਐਜ਼ ਪਰ ਦੈਟ ਕਿ ਉਹ ਕਿਸੇ ਪ੍ਰੋਡਕਸ਼ਨ ਹਾਊਸ ਨੇ ਉਹਨਾਂ ਨੂੰ ਬੁੱਕ ਕਰਕੇ ਦਿੱਤਾ ਸੀਗਾ, ਕਿਉਂਕਿ ਉਹਨਾਂ ਦੀ ਸ਼ੂਟਿੰਗ ਕਿਸੇ ਐਸੀ ਜਗ੍ਹਾ ਤੇ ਸੀਗੀ ਜਿੱਥੇ ਇੱਕ ਨਾਰਮਲ ਫਲਾਈਟ ਨਹੀਂ ਜਾਂਦੀ ਸੀਗੀ। ਤਾਂ ਉਹਦੇ ਲਈ ਉਹਨਾਂ ਨੇ ਪ੍ਰੋਡਿਊਸਰਸ ਨੇ ਉਹਨਾਂ ਲਈ ਉਹ ਜੈਟ ਬੁੱਕ ਕਰਿਆ ਸੀਗਾ, ਐਂਡ ਦਿਸ ਇਜ਼ ਹਾਊ ਦੇ ਹੈਡ ਹੀ ਹੈਡ ਫਲੋਨ ਇਨ ਦੈਟ ਪਾਰਟਿਕੂਲਰ 에ਅਰਕ੍ਰਾਫਟ, ਐਂਡ ਉਹਨਾਂ ਨੇ ਇਹੀ ਕਿਹਾ ਸੀ ਉਸ ਇੰਟਰਵਿਊ 'ਚ ਵੀ ਦੈਟ ਡਜ਼ਨਟ ਬਿਲੋਂਗਸ ਟੂ ਹਿਮ। ਅੱਛਾ, ਪਰ ਜਿਹੜੇ ਤੁਹਾਡੇ ਹੈਗੇ ਨੇਗੇ ਹੈਲੀਕਾਪਟਰ ਜਾਂ ਪ੍ਰਾਈਵੇਟ ਜੈਟ ਨੇ, ਇਹ ਤੁਹਾਡੇ ਆਪਣੇ ਨੇ ਜਾਂ ਫਿਰ ਇਹ ਤੁਹਾਨੂੰ ਮਤਲਬ ਕਿ ਕਿਸੇ ਦੇ ਹੁੰਦੇ ਨੇ ਤੁਹਾਨੂੰ ਲੀਜ਼ ਤੇ ਦੇ ਦਿੰਦੇ ਆ? ਦੇਖੋ ਜੀ ਮੇਰੇ ਕੋਲ ਇਸ ਟਾਈਮ ਤੇ ਅਸੀਂ 2 ਇਦਾਂ ਦੇ ਰਨ ਕਰ ਰਹੇ ਹਾਂ ਜਿਹੜੇ ਸਾਡੇ ਕੋਲ ਲੀਜ਼ ਤੇ ਹੈਗੇ ਹੈ। ਅਪਾਰਟ ਫਰੋਮ ਦੈਟ ਹਰ ਹੈਲੀਕਾਪਟਰ ਦਾ ਦੇਰ ਆਰ ਲਾਈਕ ਲੋਟ ਆਫ ਏਵੀਏਸ਼ਨ ਕੰਪਨੀਜ਼ ਇਨ ਇੰਡੀਆ, ਸਾਡੇ ਉਹਨਾਂ ਨਾਲ ਕੰਟਰੈਕਟ ਹੁੰਦੇ ਹੈ। ਅਸੀਂ ਉਹਨਾਂ ਤੋਂ ਲੀਜ਼ ਤੇ ਲੈ ਲੈਂਦੇ ਹਾਂ ਜਾਂ ਉਹਨਾਂ ਨਾਲ ਕੰਟਰੈਕਟ ਕਰ ਲੈਂਦੇ ਹਾਂ, ਜਾਂ ਵਾਟਐਵਰ ਦ ਰਿਕੁਆਇਰਮੈਂਟ ਕਮਸ ਉਹਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਕੰਟੈਕਟ ਕਰਕੇ ਉਹਨਾਂ ਤੋਂ ਲੈ ਲੈਂਦੇ ਹਾਂ। this is how we provide the helicopter service. Apart from that ਸਾਡੇ 2 pipelines ਹੈ, very soon we will be having our own 2 aircrafts. ਸੋ ਮੇਰਾ ਇੱਕ ਹੋਰ ਸਵਾਲ ਹੈ ਕਿ ਬੀਇੰਗ ਏ ਫੀਮੇਲ ਇੱਕ ਤਾਂ ਬੜਾ ਯੂਨੀਕ ਕੰਮ ਹੈ, ਮਤਲਬ ਕਿ ਹਰ ਕੋਈ ਨਹੀਂ ਸੋਚ ਪਾਉਂਦਾ ਇਸ ਕੰਮ ਨੂੰ ਲੈ ਕੇ, ਤੇ ਨਵਾਂ ਵੀ ਹੈ। ਚੈਲੰਜਸ ਕੀ ਰਹਿੰਦੇ ਨੇ ਬੀਇੰਗ ਏ ਫੀਮੇਲ, ਜਾਂ ਤੁਸੀਂ ਆਪਣਾ ਘਰ ਦੀ ਰਿਸਪੌਂਸਿਬਿਲਿਟੀਜ਼ ਵੀ ਦੇਖਣੀਆਂ ਹੋਣਗੀਆਂ, ਜਾਂ ਫਿਰ ਕੀ ਚੈਲੰਜਸ ਕੀ ਰਹਿੰਦੇ ਨੇ, ਜਾਂ ਕਿੰਨਾ ਕੁ ਤੁਹਾਡੇ ਲਈ ਇਹ ਮਜ਼ੇਦਾਰ ਹੈ ਜਾਂ ਕਿੰਨਾ ਕੁ ਔਖਾ ਸੌਖਾ ਹੈ? ਦੇਖੋ ਜੀ ਕੰਮ ਜਿਹੜਾ ਤੁਸੀਂ ਦਿਲ ਨਾਲ ਕਰੋਗੇ, ਇੰਟਰਸਟ ਨਾਲ ਕਰੋਗੇ, ਉਹ ਹਮੇਸ਼ਾ ਤੁਸੀਂ ਇੰਜੋਏ ਕਰੋਗੇ, ਐਂਡ ਮੈਂ ਵੀ ਆਪਣਾ ਆਹ ਵਾਲਾ ਪ੍ਰੋਫੈਸ਼ਨ ਬਹੁਤ ਇੰਜੋਏ ਕਰ ਰਹੀ ਹਾਂ। ਐਂਡ ਅਪਾਰਟ ਫਰੋਮ ਦੈਟ ਯੈਸ ਬੱਚਿਆਂ ਦਾ ਟੇਕ ਕੇਅਰ ਕਰਨਾ ਪੈਂਦਾ ਹੈ, ਉਹਨਾਂ ਦਾ ਸਾਰਾ ਵੀ ਦੇਖਣਾ ਪੈਂਦਾ ਉਹਨਾਂ ਨੂੰ, ਉਹਨਾਂ ਦੀ ਸਟੱਡੀਜ਼ ਦਾ ਐਂਡ ਐਵਰੀਥਿੰਗ। ਬਟ ਯੈਸ ਸਿੰਸ ਆਈ ਐਮ ਇਨ ਦਿਸ ਪ੍ਰੋਫੈਸ਼ਨ ਤਾਂ ਮੈਂ ਆਪਣੇ ਕੰਮ ਨਾਲ ਵੀ 100% ਓਨੈਸਟ ਹਾਂ। ਫੋਨ ਸਾਡੇ 24/7 ਔਨ ਰਹਿੰਦੇ ਹੈ, ਬਟ ਇੱਥੇ ਮੈਂ ਇੱਕ ਚੀਜ਼ ਆਡੀਅנס ਨੂੰ ਕਹਿਣਾ ਚਾਹੂੰਗੀ ਵੀ ਫੋਨ ਔਨ ਰਹਿੰਦੇ ਹੈ ਐਮਰਜੈਂਸੀ ਕਾਲਸ ਲਈ, ਵੀ ਕਿਤੇ ਕਿਸੇ ਨੂੰ ਕੋਈ ਐਮਰਜੈਂਸੀ ਹੋ ਗਈ, ਕੋਈ ਐਕਸੀਡੈਂਟ ਹੋ ਗਿਆ, ਕੋਈ ਪੇਸ਼ੈਂਟ ਸੀਰੀਅਸ ਹੋ ਗਿਆ, ਤਾਂ ਰਾਤ ਨੂੰ ਅਸੀਂ 12, 1, 2 ਵਜੇ ਵੀ ਉਹਨਾਂ ਦਾ ਫੋਨ ਚੱਕ ਸਕੀਏ। ਬਟ ਅਸੀਂ ਬਹੁਤ ਵਾਰ ਕਹਿ ਚੁੱਕੇ, ਬਹੁਤ ਸਾਰੇ ਪਲੇਟਫਾਰਮਸ 'ਤੇ ਆਪਣੀ ਆਡੀਅנס ਨੂੰ ਆਪਾਂ ਦੱਸ ਚੁੱਕੇ ਵੀ ਪਲੀਜ਼ ਤੁਸੀਂ ਕੁਐਰੀਜ਼ ਦਾ ਕਾਲ ਨਾ 8-9 ਵਜੇ ਤੋਂ ਬਾਅਦ ਰਾਤੀ ਨਾ ਕਰੋ। ਮੈਨੂੰ ਰਾਤੀ ਹਾਲੇ ਵੀ ਰਾਤੀ 2-2, 3-3 ਵਜੇ ਕਾਲਸ ਆਉਂਦੀਆਂ, ਮੈਮ ਹੈਲੀਕਾਪਟਰ ਕਿਵੇਂ ਬੁੱਕ ਕਰਦੇ ਹੈ, ਕੋਈ ਉਹਨਾਂ ਦੀ ਕੋਈ ਐਮਰਜੈਂਸੀ ਨਹੀਂ ਹੁੰਦੀ, ਕੁਛ ਨਹੀਂ। ਸੋ ਮੈਂ ਇੱਕ ਵਾਰ ਫਿਰ ਰਿਕੁਐਸਟ ਕਰਾਂਗੀ ਆਡੀਅנס ਨੂੰ ਵੀ ਪਲੀਜ਼ ਮੈਨੂੰ ਕਾਲ ਕਰੋ, ਜ਼ਰੂਰ ਕਰੋ। ਜੋ ਵੀ ਤੁਹਾਡੀ ਇਨਕੁਆਇਰੀਜ਼ ਹੈ, ਜੋ ਵੀ ਤੁਹਾਡੀਆਂ ਕੁਐਰੀਜ਼ ਹੈ, ਮੈਂ ਹਰ ਕੁਐਰੀ ਦਾ ਰਿਪਲਾਈ ਕਰੂੰਗੀ। ਬਟ ਮੈਨੂੰ ਪਲੀਜ਼ ਕਾਲਸ ਹੈ ਜਿਹੜੀਆਂ ਉਹ 9-10 ਵਜੇ ਤੋਂ ਸਵੇਰੇ ਤੋਂ ਲੈ ਕੇ ਸ਼ਾਮੀ 7-8 ਵਜੇ ਤੱਕ ਲਾਸਟ ਕਰੋ। ਕੋਈ ਐਮਰਜੈਂਸੀ ਹੈ ਤਾਂ ਪਲੀਜ਼ ਮੈਨੂੰ ਤੁਸੀਂ ਰਾਤੀ 12, 1, 2 ਵਜੇ ਵੀ ਕਾਲ ਕਰ ਸਕਦੇ ਹੋ, ਬਟ ਨਾਟ ਲਾਈਕ ਫॉर ਐਨੀ ਰੈਗੂਲਰ ਕੁਐਰੀ। ਅਸੀਂ ਮੈਮ ਦੇ ਵੱਲੋਂ ਰਿਕੁਐਸਟ ਕਰਦੇ ਹਾਂ ਕਿ ਜੇ ਤੁਸੀਂ ਜਾਗ ਰਹੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਕੋਈ ਜਾਗ ਰਿਹਾ। ਜਿਹੜਾ ਟਾਈਮ ਹੁੰਦਾ ਉਸੇ ਅਕੋਰਡਿੰਗ ਦੇ ਲਈ ਕਾਲ ਕਰਿਆ ਕਰੋ। ਇਸ ਤੋਂ ਇਲਾਵਾ ਤੁਸੀਂ ਇਹਨੂੰ ਬੁੱਕ ਕਰਨਾ ਚਾਹੁੰਦੇ ਹੋ, ਨਹੀਂ ਕਰਨਾ ਚਾਹੁੰਦੇ, ਤੁਹਾਡੇ ਤੇ ਆ, ਕਿਉਂਕਿ ਮੈਨੂੰ ਲੱਗਦਾ ਕਿ ਪੱਤਰਕਾਰ ਸਭ ਤੋਂ ਸੌਫਟ ਟਾਰਗੇਟ ਹੁੰਦਾ, ਉਹਦੇ ਤੇ ਸਭ ਤੋਂ ਪਹਿਲਾਂ ਜਿਹੜੀ ਬੰਦਾ ਉਂਗਲ ਖੜੀ ਕਰਦਾ ਨਾ। ਤਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਇਹਨੂੰ ਬੁੱਕ ਕਰੋ ਨਾ ਕਰੋ, ਇਹ ਤੁਹਾਡੀ ਆਪਣੀ ਸ਼ਰਧਾ, ਤੁਹਾਡੀ ਆਪਣੀ ਪੋਕੇਟ ਹੈ। ਪਰ ਸਾਨੂੰ ਲੱਗਿਆ ਕਿ ਇੰਟਰਸਟਿੰਗ ਹੈ, ਇੱਕ ਬੀਇੰਗ ਏ ਫੀਮੇਲ ਇਹਨਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਕੁਝ ਯੂਨੀਕ ਕਰ ਰਹੇ ਨੇ, ਕੁਝ ਚੰਗਾ ਕਰ ਰਹੇ ਨੇ, ਤੇ ਨਾਲ ਦੀ ਨਾਲ ਬੜੀ ਇੰਟਰਸਟਿੰਗ ਚੀਜ਼ ਸੀ ਤਾਂ ਤੁਹਾਡੇ ਤੱਕ ਪਹੁੰਚਾਈ। ਜੇ ਚੰਗੀ ਲੱਗੀ ਤਾਂ ਆਪਣੇ ਕੀਮਤੀ ਸੁਝਾਅ ਨਿਸ਼ਚਿਤ ਜ਼ਰੂਰ ਦਿਓ। ਕੈਮਰਾ ਪਰਸਨ ਸਾਨੀ ਇੱਕ ਚੀਜ਼ ਹੋਰ ਕਹਿਣੀ ਚਾਹੂੰਗੀ, ਅਸੀਂ 5 ਹੈਲੀਪੈਡ ਸਾਡੇ ਆਪਣੇ ਹੈ DGCA ਅਪਰੂਵਡ। ਕਦੇ ਕਿਸੇ ਨੂੰ ਐਂ ਲੱਗਦਾ ਵੀ ਆਪਾਂ ਸੀ ਉੱਥੇ ਹਰ ਵੇਲੇ ਤਾਂ ਹੈਲੀਕਾਪਟਰਸ ਖੜੇ ਨਹੀਂ ਹੁੰਦੇ ਬਿਕਾਜ਼ ਦੇ ਕੀਪ ਫਲਾਈਂਗ, ਬਟ ਕਿਸੇ ਨੇ ਵੈਸੀ ਹੈਲੀਪੈਡ ਦਾ ਇੱਕ ਟ੍ਰਿਪ ਲੈਣਾ ਹੈ ਤਾਂ ਚੰਡੀਗੜ੍ਹ ਫੋਰੈਸਟ ਹਿਲ ਰਿਜ਼ੋਰਟ ਵਿੱਚ ਸਾਡਾ ਹੈਲੀਪੈਡ ਹੈ ਵਿਚ ਇਜ਼ ਲਾਈਕ ਫੁੱਲੀ ਇਕਵਿਪਡ। ਉੱਥੇ ਮੋਸਟਲੀ 에ਅਰਕ੍ਰਾਫਟਸ ਹੁੰਦੇ ਵੀ ਹੈ ਜਦੋਂ ਫਲਾਈਂਗ ਟਾਈਮ ਚੱਲ ਰਿਹਾ ਹੁੰਦਾ ਹੈ। ਸੋ ਅਗਰ ਕੋਈ ਵਿਜ਼ਿਟ ਕਰਨਾ ਚਾਹੁੰਦਾ, ਯੂ ਆਰ ਮੋਸਟ ਵੈਲਕਮ। ਤੁਸੀਂ ਕੁਫਰੀ ਜਾਓ, ਉੱਥੇ ਸਾਡਾ ਹੈਲੀਪੈਡ ਹੈ, ਯੂ ਕੈਨ ਆਲਵੇਜ਼ ਸੀ ਦੈਟ ਹੈਲੀਪੈਡ।
ਉਹਦੇ ਕੋਈ ਚਾਰजेस ਨਹੀਂ ਹੈ, ਯੂ ਕੈਨ ਐਨੀ ਟਾਈਮ ਵਿਜ਼ਿਟ ਦੈਟ। ਸੋ ਤੁਸੀਂ ਆਪਣੇ ਕੀਮਤੀ ਸੁਝਾਅ ਜ਼ਰੂਰ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ ਦਿਓ ਕਿ ਤੁਹਾਨੂੰ ਇਹ ਜਿਹੜੀ ਸਾਰੀ ਇਹ ਇੰਟਰਵਿਊ ਹੈ ਜਾਂ ਇਹ ਸਾਰੀ ਵੀਡੀਓ ਕਿੱਦਾਂ ਦੀ ਲੱਗੀ। ਕੈਮਰਾ ਪਰਸਨ ਸਨੀ ਦੇ ਨਾਲ ਮੈਂ ਸ਼ਸ਼ਮ ਨਾਗਰਾ, ਪਟਿਆਲਾ।